ਵਾਹਿਗੁਰੂ ਜੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੁਭਾ, चिंता लाहे हमारी। अवर न सूझै दूजी ठाहर, हार परियो तो द्वारी। लेखा छोड़ अलेखै छूटै, हम निर्गुण लेहो उबारी। सद बख्शिंद सदा मेहरबाना, सबना दे आधारी। नानक दास संत पाछै परियो, राख लिहो ए बारी। राख लिहो हम ते बिगरी, सील धरम जप भगत ना कीनी। होय अभिमान टेढ़ पगरी, अमर जान संची एह काया। एह मिथ्या काची गगरी, जिन्ह निवाज साज हम किए। तिसै बिसार अवर लगरी, संदक तोहे साध नहीं कहियो। शरण परे तुमरी पगरी, कहत कबीर एक बिनती सुनियो हो। मत कालो जम की खबरी, कहत कबीर एक बिनती सुनियो हो। मत कालो जाम की खबरी। सुकाओ तन गुर सेवियै, ऐनस सहज सुभाए। दर्शन परसियै गुरु के, जन्म मरण दुख जाए। सिफत खसामदी नूर अरसों कुरसों छटियै। तुद डिठे सच्चे पातशाह, माल जन्म जन्म दी कटी है। सजन सच्चा पातशाह, सिर सांदे साह। जिस पास बैठिया सोहिए, सबना दा वेसाहो। जिस पास बैठिया सोहिए, सबना दा वेसाहो। सतनाम श्री वाहिगुरु साहिब जीओ। जय श्री महला पंजवा। जाको भय गोविंद साई,
ਸੁਖ ਸਹਿਜ ਆਨੰਦ ਸਗਲ ਸਿਉ, ਵਾਕੋ ਬਿਆਦ ਨਾ ਕਾਈ ਰਹਾਓ। ਦਿਸੇ ਸਭ ਸੰਗ ਰਹੇ ਅਲੇਪਾ, ਨਾ ਵਿਆਪੇ ਉਨ ਮਾਈ। ਏਕ ਰੰਗ ਤਤ ਕੇ ਬੇਤੇ, ਸਤਿਗੁਰ ਤੇ ਬੁੱਧ ਪਾਈ। ਦਇਆ ਮਇਆ ਕਿਰਪਾ ਠਾਕੁਰ ਕੀ, ਸੇਈ ਸੰਤ ਸੁਭਾਈ। ਤਿਨ ਕੈ ਸੰਗ ਨਾਨਕ ਨਿਸਤਰਿਆ, ਜਿਨ ਰਸ ਰਸ ਹਰ ਗੁਣ ਗਾਈ। ਜਾਂ ਕੋ ਭਏ ਗੋਵਿੰਦ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਦੀ ਦਾਤ ਸਰਵਣ ਕੀਤੀ ਹੈ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਪ੍ਰਾਪਤ ਹੋਏ ਆ। ਆਓ ਕੁਝ ਸਮੇਂ ਲਈ ਆਪਣੇ ਮਨ ਦਾ ਧਿਆਨ ਟਿਕਾਈਏ। ਇਹ ਜੋ ਸਾਡਾ ਮਨ ਹੈ, ਕਬਹੂ ਜਿਆੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਇਹ ਮਨ ਦਾ ਵੇ ਕਦੇ ਕਿਸ ਪਾਸੇ ਕਦੇ ਕਿਸ ਪਾਸੇ ਹੁੰਦਾ। ਇਹ ਮਨ ਇੱਕ ਛਿਨ ਵੀ ਇੱਕ ਜਗ੍ਹਾ ਦੇ ਉੱਪਰ ਟਿਕਦਾ ਨਹੀਂ। ਜੇ ਸਾਡਾ ਇੱਥੇ ਬੈਠਿਆ ਮਨ ਕਿਤੇ ਦੂਜੀ ਜਗ੍ਹਾ ਤੇ ਪਹੁੰਚਿਆ ਹੋਇਆ, ਸਾਡਾ ਮਨ ਇਹ ਆਵਾਜ਼ ਮਾਰਦਾ ਵੀ ਦੂਜੀ ਜਗ੍ਹਾ ਤੇ ਜਾਵੇਂਗਾ, ਉੱਥੇ ਬੜੀ ਚੰਗੀ ਗੱਲ ਜਾਂ ਬੜਾ ਆਨੰਦ ਹੋਵੇਗਾ। ਤੇ ਮੰਨ ਲਓ ਜੇ ਆਪਾਂ ਚਲੇ ਵੀ ਗਏ ਨਾ ਉਸ ਜਗ੍ਹਾ ਤੇ ਜਿਹੜਾ ਸੰਕਲਪ ਮਨ ਨੇ ਕੀਤਾ, ਤੇ ਮਨ ਨੇ ਉੱਥੇ ਜਾ ਕੇ ਵੀ ਨਹੀਂ ਟਿਕਣਾ। ਉੱਥੇ ਮਨ ਅੱਗੇ ਹੋਰ ਸੰਕਲਪ ਕਰੇਗਾ। ਹੁਣ ਤੀਸਰੀ ਥਾਂ ਤੇ ਚੱਲੀਏ, ਤੀਜੀ ਥਾਂ ਤੇ ਪਹੁੰਚ ਗਿਆ ਮਨ, ਉੱਥੇ ਵੀ ਟਿਕਿਆ ਨਹੀਂ। ਇਹ ਮਨ ਕਿਤੇ ਵੀ ਨਹੀਂ ਟਿਕਦਾ। ਅਸੀਂ ਇੱਥੇ ਬੈਠੇ ਹਾਂ, ਸਾਡਾ ਮਨ ਕਰੇਗਾ ਪਹਾੜਾਂ ਵਿੱਚ ਚੱਲੀਏ। ਇੱਥੋਂ ਤੇ ਬੜੀ ਖੁਸ਼ੀ ਦੇ ਨਾਲ ਗਏ ਹਾਂ, ਪਰ ਪਹਾੜਾਂ ਵਿੱਚ ਜਾ ਕੇ ਥੋੜ੍ਹੇ ਸਮੇਂ 'ਚ ਮਨ ਅੱਕ ਗਿਆ। ਹੁਣ ਜੀ ਕਰਦਾ ਇੱਥੋਂ ਬਾਹਰ ਨਿਕਲੀਏ। ਜੰਗਲਾਂ ਵਿੱਚ ਜਾਣ ਨੂੰ, ਤੁਰਨ ਫਿਰਨ ਨੂੰ ਮਨ ਕਰਦਾ, ਪਰ ਮਨ ਜਾ ਕੇ ਉੱਥੇ ਵੀ ਟਿਕੇਗਾ ਨਹੀਂ। ਉੱਥੇ ਵੀ ਦੌੜੇਗਾ ਕਿਸੇ ਹੋਰ ਪਾਸੇ ਜਾਣ ਵਾਸਤੇ। ਜੇ ਸੰਗਤ ਵਿੱਚ ਬੈਠੇ ਹਾਂ ਤੇ ਮਨ ਇੱਥੇ ਵੀ ਟਿਕਿਆ ਨਹੀਂ, ਮਨ ਇੱਥੇ ਵੀ ਦੌੜਦਾ ਪਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ, ਔਰ ਇਹ ਜਿਹੜਾ ਦੌੜਿਆ ਜਾਂਦਾ ਮਨ ਹੈ, ਇਸ ਨੂੰ ਗੁਰੂ ਹਜ਼ੂਰੀ ਵਿੱਚ ਬਿਠਾਈਏ ਅਤੇ ਗੁਰਬਾਣੀ ਦੇ ਪਵਿੱਤਰ ਸ਼ਬਦ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਜੈਤਸਰੀ ਰਾਗ ਦਾ ਨਾਮ ਹੈ। ਇਸ ਰਾਗ ਦੇ ਵਿੱਚ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਜਾਂ ਕੋ ਭਏ ਗੋਵਿੰਦ ਸਹਾਈ। ਸਤਿਗੁਰੂ ਬਖਸ਼ਿਸ਼ ਕਰਦੇ ਐ ਗੋਬਿੰਦ। ਗੋਬਿੰਦ ਨਾਮ ਪਰਮਾਤਮਾ ਦਾ, ਗੋ ਨਾਮ ਧਰਤੀ ਦਾ, ਬਿੰਦ ਕਹੀਏ ਰੱਖਿਆ ਕਰਨ ਵਾਲਾ।
ਸਾਨੂੰ ਆਪਣੀ ਰਾਖੀ ਦੀ ਚਿੰਤਾ ਹੈ, ਆਪਣੀ ਰਾਖੀ ਦਾ ਫਿਕਰ ਹੈ। ਮੇਰਾ ਕੀ ਬਣੇਗਾ, ਮੇਰੇ ਪਰਿਵਾਰ ਦਾ ਕੀ ਬਣੇਗਾ। ਬਲਕਿ ਅਸੀਂ ਆਪਣੀ ਔਰ ਆਪਣੇ ਪਰਿਵਾਰ ਦੀ ਰਾਖੀ ਕਰ ਵੀ ਨਹੀਂ ਪਾਵਾਂਗੇ ਜਿੰਨਾ ਚਿਰ ਉਹਦਾ ਹੁਕਮ ਨਹੀਂ ਹੈ। ਪਰ ਫਿਰ ਵੀ ਸਾਨੂੰ ਆਪਣਿਆਂ ਦੀ ਚਿੰਤਾ ਹੈ। ਉਹ ਪਰਮਾਤਮਾ ਇੱਕ ਇਹੋ ਜਿਹਾ ਹੈ ਜਿਹਨੂੰ ਸਾਰਿਆਂ ਦੀ ਚਿੰਤਾ ਹੈ, ਭਾਵੇਂ ਕੋਈ ਪਸ਼ੂ ਹੈ, ਭਾਵੇਂ ਕੋਈ ਪੰਛੀ ਹੈ। ਸੈਲ ਪੱਥਰ ਮਹਿ ਜੰਤੁ ਉਪਾਏ ਤਾਕਾ ਰਿਜਕ ਆਗੇ ਕਰ। ਭਾਵੇਂ ਕੀੜਾ ਹੈ ਨਾ, ਕੀੜੇ ਦਾ ਵੀ ਉਹਨੂੰ ਫਿਕਰ ਹੈ। ਪਹਾੜਾਂ ਵਿੱਚ ਰਹਿਣ ਵਾਲੇ ਜੀਵ ਜੰਤੂ ਜਿਹੜੇ ਪੱਥਰਾਂ ਵਿੱਚ, ਉਹਦਾ ਫਿਕਰ। ਤਾਂ ਉਹਨੂੰ ਕਿਹਾ ਜਾਂਦਾ ਗੋਬਿੰਦ, ਜਿਹੜਾ ਸਾਰੀ ਧਰਤੀ ਦੇ ਜੀਵਾਂ ਨੂੰ ਪਾਲਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜਿਹੜਾ ਗੋਬਿੰਦ ਹੈ ਨਾ, ਸਾਰਿਆਂ ਨੂੰ ਪਾਲਣ ਵਾਲਾ, ਤੇ ਸਹਾਈ ਤੋਂ ਭਾਵ ਹੈ ਸਹਾਇਤਾ ਕਰਨ ਵਾਸਤੇ ਖੜ ਜਾਵੇ। ਜਾਂ ਆਪਾਂ ਇਸ ਤਰ੍ਹਾਂ ਸੌਖਾ ਸਮਝ ਲਈਏ, ਇਹ ਗੋਬਿੰਦ ਪਰਮਾਤਮਾ ਜਿਹਦੀ ਰੱਖਿਆ ਕਰਨ ਵਾਸਤੇ ਤੂੰ ਕਿਸੇ ਦੇ ਨਾਲ ਖੜ ਜਾਵੇਂ, ਤੇ ਜਿਹਦੇ ਨਾਲ ਤੂੰ ਖੜ ਗਿਆ ਉਹਦਾ ਫਿਰ ਵਾਲ ਨਹੀਂ ਕੋਈ ਵਿੰਗਾ ਕਰ ਸਕਦਾ। ਵਾਲ ਨਾ ਬਾਂਕਾ ਕਰ ਸਕੈ ਜੋ ਸਭ ਜਗ ਬੈਰੀ ਹੋਏ। ਜਿਹਦੀ ਰੱਖਿਆ ਪਰਮਾਤਮਾ ਕਰੇਗਾ ਉਹਦਾ ਵਾਲ ਕੋਈ ਵਿੰਗਾ ਕਿਵੇਂ ਕਰ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਕੋਲ ਬੇਅੰਤ ਸੰਗਤਾਂ ਆਈਆਂ ਮੱਥਾ ਟੇਕਣ ਵਾਸਤੇ। ਇੱਕ ਸਿੱਖ ਆਇਆ ਮਹਾਰਾਜ ਜੀਆਂ ਦੇ ਕੋਲ, ਨਮਸਕਾਰ ਕੀਤੀ ਹੈ, ਸ਼ਸਤਰ ਸਜਾਏ ਹੋਏ। ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਕੀ ਕੰਮ ਕਰਦਾ। ਕਹਿਣ ਲੱਗਾ ਜੀ ਮੈਂ ਫਲਾਣੇ ਦੇਸ਼ ਦਾ ਜਿਹੜਾ ਰਾਜਾ ਹੈ ਨਾ, ਉਹਦਾ ਵਿਸ਼ੇਸ਼ ਸੈਨਾਪਤੀ ਹਾਂ, ਉਹਦਾ ਅੰਗ ਰੱਖਿਅਕ ਹਾਂ, ਉਹਦੀ ਫੌਜ ਦੀ ਕਮਾਂਡ ਕਰਦਾ। ਮਹਾਰਾਜ ਮੈਂ ਤੁਹਾਡੀ ਬੜੀ ਉਪਮਾ ਸੁਣੀ ਹੈ, ਤੇ ਮੈਂ ਤੁਹਾਡੀ ਸਿੱਖਿਆ ਲੈਣ ਵਾਸਤੇ, ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ। ਆਪ ਜੀ ਮੈਨੂੰ ਕੋਈ ਬਖਸ਼ਿਸ਼ ਵਾਲਾ ਬਚਨ ਕਰੋ, ਮੈਂ ਕਮਾਵਾਂ ਤੇ ਸਫਲਾ ਹੋ ਜਾਵਾਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਇੱਕ ਤੇ ਸਵੇਰੇ ਸ਼ਾਮ ਜਦੋਂ ਵੀ ਸਮਾਂ ਮਿਲੇ ਵੱਧ ਤੋਂ ਵੱਧ ਪਰਮਾਤਮਾ ਦਾ ਨਾਮ ਜਪਣਾ, ਤੇ ਉਸ ਤੋਂ ਪਹਿਲਾ ਬਚਨ ਇਹ ਹੈ ਵੀ ਜੀਵ ਹੱਤਿਆ ਨਹੀਂ ਕਰਨੀ, ਸੰਘਾਰ ਨਹੀਂ ਕਰਨਾ, ਕਿਸੇ ਨੂੰ ਮਾਰਨਾ ਨਹੀਂ, ਮੌਤ ਨਹੀਂ ਕਿਸੇ ਨੂੰ ਦੇਣੀ। ਇਹ ਦੋ ਬਚਨ ਆਪਣੀ ਜ਼ਿੰਦਗੀ ਵਿੱਚ ਚੇਤੇ ਰੱਖਣਾ। ਇੱਕ ਤੇ ਜੀਵ ਹੱਤਿਆ ਨਹੀਂ ਕਰਨੀ, ਜਿਵੇਂ ਮਾਸ ਦੇ ਸਵਾਦ ਵਾਸਤੇ ਜੀਵ ਮਾਰੇ ਜਾਂਦੇ, ਇਹ ਨਹੀਂ ਕਰਨਾ ਕਰਮ, ਇਹਦੀ ਸਜ਼ਾ ਬੜੀ ਵੱਡੀ ਹੈ। ਤੇ ਦੂਸਰਾ ਰੱਬ ਦਾ ਨਾਮ ਜਪਦੇ ਰਹਿਣਾ, ਗੁਰੂ ਤੇਰੀ ਸਹਾਇਤਾ ਕਰੇਗਾ। ਹੁਣ ਸਤਿਗੁਰਾਂ ਦਾ ਉਪਦੇਸ਼ ਸੁਣ ਲਿਆ ਇਸ ਸਿੱਖ ਨੇ, ਮਨ ਵਿੱਚ ਸੋਚਦਾ ਹੈ ਮੈਂ ਆਪਣੀ ਮਿਆਨ ਦੇ ਵਿੱਚ ਤਲਵਾਰ ਪਾਈ ਹੈ, ਤੇ ਤਲਵਾਰ ਚਲਾਉਣ ਵਾਸਤੇ ਪਾਈ ਹੈ। ਜੇ ਮੈਂ ਤਲਵਾਰ ਉਤਾਰਦਾ ਹਾਂ ਤੇ ਬਾਦਸ਼ਾਹ ਨੌਕਰੀ ਤੋਂ ਕੱਢ ਦੇਵੇਗਾ, ਜਿਹਦੀ ਨੌਕਰੀ ਕਰਦਾ ਉਹਨੇ ਮੈਨੂੰ ਕੱਢ ਦੇਣਾ। ਜੇ ਮੈਂ ਤਲਵਾਰ ਪਾ ਕੇ ਰੱਖਦਾ ਤੇ ਇਹ ਚੱਲੇਗੀ ਅੱਜ ਨਹੀਂ ਤੇ ਕੱਲ ਚੱਲੇਗੀ, ਕਿਸੇ ਜੀਵ ਨੂੰ ਮਾਰੇਗੀ, ਤੇ ਗੁਰੂ ਦਾ ਬਚਨ ਨਹੀਂ ਮੰਨਿਆ ਜਾਣਾ। ਗੁਰੂ ਨੇ ਆਖਿਆ ਵੀ ਜੀਵ ਹੱਤਿਆ ਨਹੀਂ ਕਰਨੀ। ਕਈ ਦਿਨ ਸੋਚਣ ਤੋਂ ਮਗਰੋਂ ਇਹਦੇ ਮਨ ਵਿੱਚ ਇਹ ਵਿਚਾਰ ਬਣੀ ਕਿ ਤਲਵਾਰ ਦੀ ਬਾਹਰੀ ਦਿੱਖ ਜਿਹੜੀ ਆ ਉਹ ਵੇਖਣ ਨੂੰ ਲੱਗੇ ਕਿ ਮੈਂ ਤਲਵਾਰ ਪਾਈ ਹੈ। ਜਿਵੇਂ ਮੰਨ ਲਓ ਵੀ ਤਲਵਾਰ ਦਾ ਮਿਆਨ ਵੀ ਪਾਇਆ, ਮਿਆਨ ਦੇ ਉੱਪਰ ਗਾਤਰਾ ਵੀ ਪਾਇਆ, ਜਿਹੜਾ ਤਲਵਾਰ ਦਾ ਮੁੱਠਾ ਜਿੱਥੋਂ ਉਹਨੂੰ ਫੜਨਾ ਉਹ ਵੀ ਲਾ ਲਿਆ, ਤੇ ਜਿੱਥੇ ਅੱਗੇ ਤਲਵਾਰ ਲਾਉਣੀ ਹੈ ਨਾ, ਪੱਤਰਾ ਲਾਉਣਾ ਕੱਟਣ ਵਾਲਾ ਲੋਹੇ ਦਾ, ਉਹਦੀ ਜਗ੍ਹਾ ਦੇ ਉੱਪਰ ਤਰਖਾਨ ਨੂੰ ਕਹਿ ਕੇ ਲੱਕੜ ਦਾ ਬਣਾ ਲਿਆ, ਤੇ ਮੁੱਠਾ ਉੱਪਰ ਅਸਲੀ ਲਾ ਦਿੱਤਾ ਵੀ ਕਿਹੜਾ ਕਿਸੇ ਨੇ ਮਿਆਨ ਵਿੱਚੋਂ ਕੱਢ ਕੇ ਵੇਖਣੀ ਹੈ। ਮੈਂ ਰਾਜੇ ਨੂੰ ਨਾ ਦੱਸਾਂਗਾ, ਮੈਂ ਕਿਸੇ ਨੂੰ ਵੀ ਨਹੀਂ ਦੱਸਾਂਗਾ ਕਿ ਮੈਂ ਤਲਵਾਰ ਕਿਹੜੀ ਪਾਈ ਹੈ, ਅਸਲੀ ਪਾਈ ਹੈ ਕਿ ਨਕਲੀ ਪਾਈ ਹੈ। ਇਸ ਤਰ੍ਹਾਂ ਮੈਂ ਤਲਵਾਰ ਵੀ ਨਹੀਂ ਚਲਾਵਾਂਗਾ, ਮੈਨੂੰ ਪਤਾ ਕਿ ਮੇਰੀ ਤਲਵਾਰ ਲੱਕੜ ਦੀ ਹੈ, ਜੀਵ ਹੱਤਿਆ ਵੀ ਨਹੀਂ ਹੋਵੇਗੀ, ਔਰ ਤਲਵਾਰ ਦਾ ਵਿਖਾਵਾ ਵਿਖਾ ਕੇ ਤੇ ਮੈਂ ਨੌਕਰੀ ਕਰਦਾ ਰਹਾਂਗਾ, ਮੇਰਾ ਰੁਜ਼ਗਾਰ ਚੱਲਦਾ ਰਹੇਗਾ। ਇਸੇ ਤਰ੍ਹਾਂ ਕੀਤਾ ਗਿਆ। ਤਰਖਾਨ ਨੂੰ ਕਹਿ ਕੇ ਬੜੀ ਸੋਹਣੀ ਤਲਵਾਰ ਲੱਕੜ ਦੀ ਬਣਾ ਲਈ, ਮੁੱਠਾ ਲੋਹੇ ਦਾ ਲਾ ਲਿਆ, ਸੋਹਣਾ ਮਿਆਨ ਤੇ ਗਾਤਰਾ ਬਣਾ ਲਿਆ, ਪਰ ਵਿਚਲਾ ਤਲਵਾਰ ਦਾ ਜਿਹੜਾ ਹਿੱਸਾ ਲੱਕੜ ਦਾ ਬਣਾਇਆ। ਆਪਣੇ ਰਾਜੇ ਦੇ ਦਰਬਾਰ ਵਿੱਚ ਪਹੁੰਚ ਗਿਆ, ਨੌਕਰੀ ਕਰਨ ਲੱਗ ਪਿਆ।
ਰਾਜਾ ਇਹਦੇ ਉੱਪਰ ਬੜਾ ਵਿਸ਼ਵਾਸ ਕਰਦਾ, ਬੜਾ ਭਰੋਸਾ ਕਰਦਾ। ਅੱਜ ਇਹਨੂੰ ਪਤਾ ਲੱਗ ਗਿਆ ਰਾਜੇ ਨੂੰ ਵੀ ਇਹ ਤੇ ਗੁਰੂ ਵਾਲਾ ਬਣ ਗਿਆ। ਰਾਜਾ ਹੋਰ ਵੀ ਪਿਆਰ ਕਰਨ ਲੱਗ ਪਿਆ, ਹੋਰ ਵੀ ਵਿਸ਼ਵਾਸ ਕਰਨ ਲੱਗ ਪਿਆ ਵੀ ਇਹ ਗੁਰੂ ਦਾ ਸਿੱਖ ਬਣ ਗਿਆ, ਹੁਣ ਇਹ ਕਿਤੇ ਮੈਨੂੰ ਧੋਖਾ ਨਹੀਂ ਦੇਵੇਗਾ। ਰਾਜੇ ਨੇ ਆਪਣੀ ਫੌਜ ਦੇ ਵਿੱਚ ਜਿੱਥੇ ਉਹਨੂੰ ਮੁੱਖ ਅਹੁਦਾ ਦਿੱਤਾ ਸੀ, ਉੱਥੇ ਨਾਲ ਨਾਲ ਆਪਣੀ ਹਿਫਾਜ਼ਤ, ਆਪਣੇ ਪਰਿਵਾਰ ਦੀ ਹਿਫਾਜ਼ਤ ਦੇ ਦਿੱਤੀ। ਤੂੰ ਮੇਰੀ ਤੇ ਮੇਰੇ ਪਰਿਵਾਰ ਦੀ ਰੱਖਿਆ ਵੀ ਕਰਨੀ ਹੈ। ਸਾਡੇ ਹਰ ਵੇਲੇ ਪਰਿਵਾਰ ਬੱਚਿਆਂ ਦੇ ਨਾਲ ਰਹਿਣਾ, ਮੇਰੇ ਨਾਲ ਰਹਿਣਾ, ਸਾਨੂੰ ਨਾ ਕੁਝ ਕਹਿ ਸਕੇ। ਸਾਨੂੰ ਕੇਵਲ ਤੇਰੇ ਤੇ ਇੱਕ ਯਕੀਨ ਹੈ, ਤੇਰੇ ਬਿਨਾਂ ਸਾਨੂੰ ਕਿਸੇ ਤੇ ਯਕੀਨ ਨਹੀਂ। ਰਾਜੇ ਦੀ ਗੱਲ ਸੁਣ ਕੇ ਕਹਿਣ ਲੱਗਾ ਵੀ ਠੀਕ ਹੈ, ਮੈਂ ਨਾਲ ਰਵਾਂਗਾ। ਗੁਰਮੁਖੋ ਕੁਝ ਮਹੀਨੇ ਬਤੀਤ ਹੋ ਗਏ ਤੇ ਫੌਜ ਦੇ ਵਿੱਚ ਇੱਕ ਹੋਰ ਵਿਅਕਤੀ ਹੈ ਜਿਹੜਾ ਇਹਦੇ ਨਾਲ ਈਰਖਾ ਕਰਦਾ। ਵੈਸੇ ਵੀ ਆਪਾਂ ਦੁਨੀਆ ਵਿੱਚ ਵੇਖੀਏ, ਜਿਹੜਾ ਹਮ ਰੁਤਬਾ ਹੁੰਦਾ ਨਾ, ਉਹਦੇ ਨਾਲ ਈਰਖਾ ਹੋ ਹੀ ਜਾਂਦੀ ਹੈ। ਜਿਹੜਾ ਸਾਡੇ ਬਰਾਬਰ ਦੀ ਕੁਰਸੀ 'ਤੇ ਬੈਠਦਾ ਹੈ ਨਾ, ਜਾਂ ਥੋੜ੍ਹਾ ਬਹੁਤਾ ਵੱਡਾ ਜਾਂ ਛੋਟਾ, ਉਹਦੇ ਨਾਲ ਸੁਭਾਵਿਕ ਹੀ ਹੈ ਕਿ ਮਨੁੱਖ ਈਰਖਾ ਕਰਦਾ। ਇਹ ਮਨੁੱਖ ਦੀ ਜਿਹੜੀ ਹੈ ਇੱਕ ਬਣੀ ਹੋਈ ਹੈ, ਸੋਚ ਬਣੀ ਹੋਈ ਹੈ। ਬਰਾਬਰ ਦਾ ਅਫਸਰ, ਬਰਾਬਰ ਦੀ ਕੁਰਸੀ ਵਾਲਾ, ਬਰਾਬਰ ਦਾ ਕੰਮ ਕਰਨ ਵਾਲਾ, ਭਾਵੇਂ ਉਹ ਸੇਵਾਦਾਰ ਹੈ ਤੇ ਭਾਵੇਂ ਉਹ ਅਫਸਰ ਹੈ, ਇੱਕ ਦੂਜੇ ਨਾਲ ਈਰਖਾ ਤੇ ਬਣੀ ਰਹਿੰਦੀ ਹੈ। ਜਦੋਂ ਬਾਦਸ਼ਾਹ ਨੇ ਇਸ ਨੂੰ ਫੌਜ ਦਾ ਵੀ ਮੁਖੀ ਬਣਾ ਦਿੱਤਾ, ਆਪਣੀ ਤੇ ਆਪਣੀ ਪਰਿਵਾਰ ਦੀ ਹਿਫਾਜ਼ਤ ਵੀ ਇਹਨੂੰ ਦੇ ਦਿੱਤੀ, ਜਿਹੜਾ ਇੱਕ ਹੋਰ ਫੌਜ ਦੇ ਵਿੱਚ ਸੈਨਾਪਤੀ ਹੈ, ਉਹਦੇ ਮਨ ਵਿੱਚ ਬੜਾ ਦੁੱਖ ਹੋਇਆ ਵੀ ਇਹ ਸਾਰਿਆਂ ਕੰਮਾਂ 'ਚ ਅੱਗੇ ਤੁਰਿਆ ਜਾਂਦਾ, ਮੈਂ ਪਿੱਛੇ ਰਹੀ ਜਾਂਦਾ। ਕਿਵੇਂ ਨਾ ਕਿਵੇਂ ਕਿਸੇ ਕੋਲੋਂ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹਦੀ ਤਲਵਾਰ ਲੱਕੜ ਦੀ ਹੈ, ਲੋਹੇ ਦੀ ਨਹੀਂ। ਬਾਦਸ਼ਾਹ ਦਾ ਵਿਸ਼ਵਾਸ ਜਿੱਤੀ ਫਿਰਦਾ ਹੈ, ਪਰ ਅਸਲ ਵਿੱਚ ਬਾਦਸ਼ਾਹ ਨੂੰ ਧੋਖਾ ਦਿੰਦਾ ਪਿਆ। ਜਦੋਂ ਉਸ ਵਿਰੋਧੀ ਵਿਅਕਤੀ ਨੂੰ ਪਤਾ ਲੱਗਾ, ਉਹਨੇ ਬਾਦਸ਼ਾਹ ਨੂੰ ਸ਼ਿਕਾਇਤ ਕਰ ਦਿੱਤੀ। ਬਾਦਸ਼ਾਹ ਸਲਾਮਤ, ਤੁਸੀਂ ਇਹ 'ਤੇ ਯਕੀਨ ਕਰਦੇ ਹੋ? ਇਹਦੇ ਕੋਲ ਤੇ ਤਲਵਾਰ ਹੀ ਨਕਲੀ ਹੈ, ਰੱਬ ਨਾ ਕਰੇ ਤੁਹਾਡੇ 'ਤੇ ਹਮਲਾ ਹੋ ਜਾਵੇ, ਤੁਹਾਡੀ ਕੋਈ ਜਾਨ ਲੈਣ ਵਾਸਤੇ ਤੁਹਾਡੇ 'ਤੇ ਪੈ ਜਾਵੇ, ਤੁਹਾਡੀ ਰਾਖੀ ਕਰਨ ਵਾਲੇ ਦੀ ਤਲਵਾਰ ਨਕਲੀ ਹੈ, ਤੁਹਾਡੀ ਰਾਖੀ ਕੀ ਕਰੇਗਾ? ਇਹ ਤੁਹਾਡੇ ਨਾਲ ਵਿਸ਼ਵਾਸਘਾਤ ਹੋ ਰਿਹਾ, ਧੋਖਾ ਹੋ ਰਿਹਾ। ਸਾਰਿਆਂ ਤੋਂ ਪਹਿਲਾਂ ਉਹਦੀ ਤਲਵਾਰ ਚੈੱਕ ਹੋਣੀ ਚਾਹੀਦੀ ਹੈ, ਵੇਖਣੀ ਚਾਹੀਦੀ ਹੈ ਵੀ ਕੈਸੀ ਹੈ। ਪਹਿਲਾਂ ਤੇ ਰਾਜੇ ਨੂੰ ਯਕੀਨ ਨਹੀਂ ਆਇਆ। ਫਿਰ ਰਾਜੇ ਨੇ ਆਖਿਆ ਵੀ ਮੈਂ ਉਹਨੂੰ ਇਕੱਲੇ ਨੂੰ ਬੁਲਾ ਕੇ ਇਹ ਗੱਲ ਕਹਾਂ ਵੀ ਲਿਆ ਭਾਈ ਆਪਣੀ ਤਲਵਾਰ ਵਿਖਾ, ਤੇ ਇਹਦੇ ਵਿੱਚ ਵੀ ਠੀਕ ਗੱਲ ਨਹੀਂ ਹੈ। ਇੱਕ ਪਾਸੇ ਤੇ ਮੈਂ ਇੰਨਾ ਯਕੀਨ ਕਰਦਾ, ਦੂਜੇ ਪਾਸੇ ਮੈਂ ਉਹਦੀ ਇਕੱਲੇ ਦੀ ਤਲਵਾਰ ਵੇਖਾਂ, ਉਹਦੇ ਮਨ 'ਤੇ ਸੱਟ ਲੱਗੇਗੀ। ਔਰ ਇਨਸਾਨੀਅਤ ਦੇ ਤੌਰ 'ਤੇ ਵੀ ਇਹ ਠੀਕ ਨਹੀਂ ਹੋਵੇਗਾ ਵੀ ਸਾਰੀ ਫੌਜ ਦੇ ਵਿੱਚੋਂ ਇੱਕ ਬੰਦੇ ਨੂੰ ਬੁਲਾ ਕੇ ਉਹਦੀ ਤਲਵਾਰ ਵੇਖਣੀ। ਤੇ ਇਹ ਜਿਹੜਾ ਵਿਰੋਧੀ ਵਿਅਕਤੀ ਹੈ ਕਹਿਣ ਲੱਗਾ, ਸਲਾਹ ਮੈਂ ਦੇ ਦਿੰਦਾ, ਤੁਸੀਂ ਫੌਜ ਦੇ ਸਾਰੇ ਮੁਖੀ ਬੁਲਾਓ, ਵੱਡੇ ਵੱਡੇ ਅਫਸਰ ਜਿਹੜੇ ਬੁਲਾਏ ਜਾਣ, ਤੁਸੀਂ ਇਹ ਐਲਾਨ ਕਰੋ ਕਿ ਅਸੀਂ ਸਾਰਿਆਂ ਦੀ ਤਲਵਾਰ ਵੇਖਣੀ ਹੈ। ਇੱਕ ਦੀ ਵੇਖੋ, ਦੋਵਾਂ ਦੀ ਵੇਖੋ, ਤਿੰਨਾਂ ਚੌਵਾਂ ਪੰਜਾਂ ਦੀ ਵੇਖੋ। ਵੇਖਦਿਆਂ ਵੇਖਦਿਆਂ ਫਿਰ ਉਹਨੂੰ ਵੀ ਕਹੋ ਵੀ ਲਿਆ ਭਾਈ ਤੂੰ ਵੀ ਆਪਣੀ ਤਲਵਾਰ ਦਿਖਾ। ਇਸ ਤਰ੍ਹਾਂ ਉਹਨੂੰ ਇਸ ਗੱਲ ਦੇ ਵਿੱਚ ਕੋਈ ਘਾਟਾ ਵੀ ਮਹਿਸੂਸ ਨਹੀਂ ਹੋਵੇਗਾ, ਔਰ ਆਪਾਂ ਵੇਖ ਵੀ ਲਵਾਂਗੇ ਵੀ ਇਹ ਗੱਲ ਠੀਕ ਹੈ ਕਿ ਗਲਤ ਹੈ। ਰਾਜੇ ਨੂੰ ਇਹ ਗੱਲ ਚੰਗੀ ਲੱਗੀ ਹੈ। ਅਗਲਾ ਦਿਨ ਚੜ੍ਹਿਆ, ਗੁਰਮੁਖੋ ਉਸਨੇ ਆਪਣੀ ਫੌਜ ਦੇ ਜਿਹੜੇ ਮੁਖੀ ਆਦਮੀ ਸਨ, ਫੌਜ ਦੇ ਜਰਨੈਲ ਬੁਲਾਏ। ਜਦੋਂ ਬਣ ਗਈ, ਸਾਰਿਆਂ ਦਾ ਇਕੱਠ ਬਣ ਗਿਆ, ਸਾਰੇ ਆ ਕੇ ਪਹੁੰਚ ਗਏ। ਬਾਹਰਲੇ ਦਰਵਾਜ਼ੇ ਬੰਦ ਕਰਵਾ ਦਿੱਤੇ ਤੇ ਰਾਜੇ ਨੇ ਉਸ ਵੇਲੇ ਹੁਕਮ ਸੁਣਾਇਆ, ਕਹਿਣ ਲੱਗਾ, ਮੇਰੀ ਅੱਜ ਇਹ ਤਮੰਨਾ ਵੀ ਤੁਸੀਂ ਮੈਨੂੰ ਸਾਰੇ ਆਪਣੇ ਸ਼ਸਤਰ ਵਿਖਾਓ। ਹੁਣ ਸਾਰਿਆਂ ਦੇ ਸ਼ਸਤਰ ਤੇ ਅਸਲੀ ਨੇ, ਉਹਨਾਂ ਨੂੰ ਵਿਖਾਉਣ ਵਿੱਚ ਦਿੱਕਤ ਕੋਈ ਨਹੀਂ ਹੈ, ਪਰੇਸ਼ਾਨੀ ਨਹੀਂ ਹੈ। ਪਰ ਜਿਹੜਾ ਇਹ ਗੁਰੂ ਪਾਤਸ਼ਾਹ ਨੂੰ ਮੱਥਾ ਟੇਕਣ ਆਇਆ ਹੈ, ਇਹਦੀ ਤਲਵਾਰ ਨਕਲੀ ਹੈ, ਲੱਕੜ ਦੀ ਹੈ। ਮਨ ਵਿੱਚ ਫਿਕਰ ਪੈ ਗਿਆ, ਜੇ ਬਾਦਸ਼ਾਹ ਦੂਜਿਆਂ ਦੀ ਤਲਵਾਰ ਵੇਖੇਗਾ ਤੇ ਮੇਰੀ ਵੀ ਵੇਖੇਗਾ। ਇਹ ਰਾਜਾ ਮੇਰੇ 'ਤੇ ਇੰਨਾ ਵਿਸ਼ਵਾਸ ਕਰਦਾ ਹੈ, ਇੰਨਾ ਯਕੀਨ ਕਰਦਾ ਹੈ, ਮੈਨੂੰ ਸਾਰੇ ਮੁੱਖ ਅਹੁਦੇ ਇਹਨੇ ਦਿੱਤੇ ਹੋਏ ਨੇ। ਜਦੋਂ ਅੱਜ ਮੇਰੀ ਨਕਲੀ ਤਲਵਾਰ ਵੇਖੇਗਾ ਤੇ ਇਹਦੇ ਮਨ 'ਤੇ ਕੀ ਬੀਤੇਗੀ। ਨੌਕਰੀ ਤੋਂ ਤੇ ਜਾਂਦਾ ਹੀ ਰਵਾਂਗਾ, ਨੌਕਰੀ ਤੇ ਚਲੇ ਜਾਣੀ ਹੈ, ਮੇਰੀ ਇੱਜ਼ਤ ਵੀ ਜਾਂਦੀ ਰਹਿਣੀ ਹੈ। ਹੁਣ ਮੈਂ ਬਾਹਰ ਨਹੀਂ ਜਾ ਸਕਦਾ, ਦਰਵਾਜ਼ੇ ਬੰਦ ਨੇ, ਤਲਵਾਰ ਵੇਖੀ ਜਾਣੀ ਹੈ, ਮੇਰਾ ਪਰਦਾ ਕਿਵੇਂ ਰਹੇਗਾ। ਫਿਰ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਯਾਦ ਆਈ।
ਜਿੱਥੇ ਖਲੋਤਾ ਹੈ ਉੱਥੇ ਖਲੋਤਾ ਹੀ ਅੱਖਾਂ ਬੰਦ ਕਰਕੇ ਮਨ ਵਿੱਚੋਂ ਅਰਦਾਸਾਂ ਕਰਨ ਲੱਗ ਪਿਆ, ਸਤਿਗੁਰੂ ਤੁਸੀਂ ਇਹ ਗੱਲ ਕਹੀ ਸੀ ਵੀ ਜੀਵ ਹੱਤਿਆ ਨਹੀਂ ਕਰਨੀ ਹੈ, ਪਰ ਤੁਸੀਂ ਇਹ ਗੱਲ ਨਹੀਂ ਸੀ ਕਹੀ ਵੀ ਨਕਲੀ ਤਲਵਾਰ ਵੀ ਪਾ ਲੈ। ਮਹਾਰਾਜ ਨਕਲੀ ਤਲਵਾਰ ਪਾਉਣ ਦਾ ਫੈਸਲਾ ਮੇਰਾ ਹੈ। ਤੁਸੀਂ ਕੇਵਲ ਇਹ ਗੱਲ ਕਹੀ ਸੀ ਵੀ ਤਲਵਾਰ, ਇਹ ਗੱਲ ਕਹੀ ਸੀ ਵੀ ਜੀਵ ਹੱਤਿਆ ਨਹੀਂ ਕਰਨੀ, ਤੇ ਮਹਾਰਾਜ ਜੇ ਅਸਲੀ ਤਲਵਾਰ ਹੁੰਦੀ ਕਿਤੇ ਚੱਲ ਜਾਂਦੀ, ਜੀਵ ਹੱਤਿਆ ਹੋ ਜਾਂਦੀ, ਮੈਨੂੰ ਪਾਪ ਲੱਗਣਾ ਔਰ ਗੁਰੂ ਦੇ ਬਚਨ ਤੋਂ ਮੈਂ ਝੂਠਾ ਪੈ ਜਾਣਾ। ਇਸ ਗੱਲ ਨੂੰ ਮੈਂ ਮੁੱਖ ਰੱਖ ਕੇ ਤਲਵਾਰ ਹੀ ਨਕਲੀ ਪਾ ਲਈ, ਨਾ ਤਲਵਾਰ ਚੱਲੇ ਨਾ ਜੀਵ ਹੱਤਿਆ ਹੋਵੇ। ਤੇ ਮਹਾਰਾਜ ਅੱਜ ਇਹ ਰਾਜਾ ਸਾਰਿਆਂ ਦੀ ਤਲਵਾਰ ਦੀ ਪਰਖ ਕਰਦਾ ਪਿਆ ਹੈ, ਪਰਖ ਦੇ ਵਿੱਚ ਮੇਰੀ ਤਲਵਾਰ ਵੀ ਪਰਖੀ ਜਾਏਗੀ। ਜੇ ਮੈਂ ਝੂਠਾ ਸਾਬਤ ਹੋਇਆ ਤੇ ਮਹਾਰਾਜ ਤੁਹਾਡੇ ਸਿੱਖ ਦੀ ਨੌਕਰੀ ਤੇ ਜਾਣੀ ਹੈ, ਬਦਨਾਮੀ ਵੱਖਰੀ ਹੋਵੇਗੀ। ਮਹਾਰਾਜ ਜਿੱਥੇ ਮੇਰੇ ਨਾਮ ਨੂੰ ਦਾਗ ਲੱਗੇਗਾ ਉੱਥੇ ਤੁਹਾਡੇ ਨਾਮ ਨੂੰ ਵੀ ਲੋਕ ਕਹਿਣਗੇ ਵੀ ਗੁਰੂ ਕਾ ਸਿੱਖ ਝੂਠਾ ਹੈ। ਮੇਰੇ 'ਤੇ ਕਿਰਪਾ ਕਰੋ, ਮੇਰੀ ਇਹ ਤਲਵਾਰ ਦੀ ਹੁਣ ਤੁਸੀਂ ਰਾਖੀ ਕਰਨੀ ਹੈ। ਕੋਈ ਇਹੋ ਜਿਹਾ ਬਹਾਨਾ ਬਣਾ ਦਿਓ ਜਿਹਦੇ ਕਰਕੇ ਮੇਰੀ ਇੱਜ਼ਤ ਟੱਕੀ ਰਵੇ। ਅਰਦਾਸਾਂ ਕਰਦਾ ਪਿਆ ਆਪਣਾ ਮਨ ਟਿਕਾ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ। ਇੱਧਰੋਂ ਰਾਜੇ ਨੇ ਸ਼ੁਰੂਆਤ ਕੀਤੀ ਹੈ, ਪਹਿਲੇ ਵਿਅਕਤੀ ਦੀ ਤਲਵਾਰ ਵੇਖੀ ਹੈ, ਬੜੀ ਸੋਹਣੀ ਹੈ, ਬੜੀ ਚੰਗੀ ਹੈ। ਫਿਰ ਦੂਜੇ ਦੀ ਤਲਵਾਰ ਵੇਖੀ ਹੈ, ਇਹ ਵੀ ਬੜੀ ਸੋਹਣੀ ਹੈ, ਬੜੀ ਚੰਗੀ ਹੈ। ਜਿਵੇਂ ਜਿਵੇਂ ਦਾ ਕਿਸੇ ਦਾ ਅਹੁਦਾ, ਉਵੇਂ ਉਵੇਂ ਦੀ ਤਲਵਾਰ ਦੇ ਗੁਣ ਅਤੇ ਤਲਵਾਰ ਦੀ ਕਾਲ ਉਹਦੇ ਵਿੱਚ ਮਹਿਮਾ ਜਿਹੜੀ ਹੈ ਕਥਨ ਕੀਤੀ ਹੈ। ਤੇ ਗੁਰਮੁਖੋ ਚੱਲਦਾ ਚੱਲਦਾ ਜਦੋਂ ਰਾਜਾ ਇਹਦੇ ਕੋਲ ਆਇਆ ਨਾ, ਆਪਣੇ ਅੰਗ ਰੱਖਿਅਕ ਵਿਅਕਤੀ ਦੇ ਕੋਲ ਜਿਹਦੇ 'ਤੇ ਬੜਾ ਵਿਸ਼ਵਾਸ ਕਰਦਾ, ਹੁਣ ਉਸ ਨੂੰ ਆ ਕੇ ਆਖਿਆ, ਕਹਿਣ ਲੱਗਾ ਆਪਣੀ ਤਲਵਾਰ ਦਿਖਾ, ਮੈਂ ਤੇਰੀ ਤਲਵਾਰ ਦੇਖਣੀ ਚਾਹੁੰਦਾ। ਮੈਂ ਇਹ ਵੇਖਣਾ ਚਾਹੁੰਦਾ ਵੀ ਉਹ ਕਿਹੜੀ ਤਲਵਾਰ ਹੈ ਜਿਹੜੀ ਮੇਰੀ ਜ਼ਿੰਦਗੀ ਦੀ ਰਾਖੀ ਕਰਦੀ ਹੈ। ਤੇਰੇ ਕੋਲ ਕਿਹੜੀ ਐਸੀ ਤਲਵਾਰ ਹੈ ਜਿੱਧਰ ਨੂੰ ਜੰਗ ਵਿੱਚ ਤੂੰ ਜਾਂਦਾ, ਜੰਗ ਵਿੱਚੋਂ ਜਿੱਤ ਕੇ ਮੁੜ ਕੇ ਆਉਂਦਾ, ਇਹੋ ਜਿਹਾ ਕਿਹੜਾ ਤੇਰੇ ਕੋਲ ਅਨੋਖਾ ਸ਼ਸਤਰ ਹੈ, ਮੈਂ ਅੱਜ ਵੇਖਣਾ ਚਾਹੁੰਦਾ। ਕੱਲਾ ਮੈਂ ਨਹੀਂ ਵੇਖਣਾ ਚਾਹੁੰਦਾ, ਇਹ ਸਾਰੀ ਸਭਾ ਵੇਖਣੀ ਚਾਹੁੰਦੀ ਹੈ। ਵਿਖਾ ਅੱਜ ਕੱਢ ਕੇ ਮੈਨੂੰ ਆਪਣਾ ਸ਼ਸਤਰ ਔਰ ਸਾਰਿਆਂ ਨੂੰ। ਜਦੋਂ ਰਾਜੇ ਨੇ ਹੁਕਮ ਫਰਮਾਇਆ, ਉਹ ਜਿਹੜਾ ਵਿਰੋਧੀ ਵਿਅਕਤੀ ਹੈ ਉਹ ਵੀ ਖਲੋਤਾ ਹੋਇਆ ਤੇ ਮਨ ਵਿੱਚ ਹੱਸਦਾ ਪਿਆ। ਅੱਜ ਇਹਦੀ ਨਕਲੀ ਤਲਵਾਰ ਬਾਹਰ ਨਿਕਲੇਗੀ, ਸਾਰੇ ਇਸ ਨੂੰ ਹਾਸੀ ਤੇ ਮਖੌਲ ਕਰਨਗੇ, ਇਹਦੀ ਇੱਜ਼ਤ ਵੀ ਜਾਂਦੀ ਰਹੇਗੀ, ਨੌਕਰੀ ਵੀ ਜਾਂਦੀ ਰਹੇਗੀ। ਬੜਾ ਖੁਸ਼ ਹੈ ਆਪਣੀ ਜਗ੍ਹਾ 'ਤੇ ਖਲੋਤਾ ਹੋਇਆ। ਪਰ ਗੁਰਮੁਖੋ ਜਿਹਨੇ ਨਕਲੀ ਤਲਵਾਰ ਪਾਈ ਹੈ ਨਾ, ਅੰਦਰੋਂ ਰੋਂਦਾ ਪਿਆ, ਅੰਦਰੋਂ ਫਰਿਆਦਾਂ ਕਰਦਾ ਪਿਆ, ਬੇਨਤੀਆਂ ਕਰਦਾ ਪਿਆ, ਤਰਲੇ ਕਰਦਾ ਪਿਆ, ਮਹਾਰਾਜ ਮੇਰੀ ਅੱਜ ਇੱਜ਼ਤ ਰੱਖ ਲਓ। ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਧ। ਜਦੋਂ ਸਿੱਖ ਬੇਨਤੀ ਕਰਦਾ ਨਾ ਵੀ ਮਹਾਰਾਜ ਮੇਰੀ ਇੱਜ਼ਤ ਤੁਹਾਡੇ ਹੱਥ ਵਿੱਚ, ਕੋਈ ਨਾਉ ਨਾ ਜਾਣੇ ਮੇਰਾ, ਕੋਈ ਮੇਰਾ ਨਾਂ ਨਹੀਂ ਜਾਣਦਾ, ਲੋਕਾਂ ਨੇ ਆਖਣਾ ਹੈ ਗੁਰੂ ਕਾ ਸਿੱਖ ਹੈ, ਆਪ ਜੀ ਕਿਰਪਾ ਕਰੋ। ਜਦੋਂ ਐਸੀਆਂ ਬੇਨਤੀਆਂ ਕੀਤੀਆਂ ਤੇ ਰਾਜੇ ਨੇ ਫਿਰ ਆਖਿਆ, ਕਹਿਣ ਲੱਗਾ ਕੱਢਦਾ ਕਿਉਂ ਨਹੀਂ ਆਪਣੀ ਤਲਵਾਰ ਮਿਆਨ ਵਿੱਚੋਂ ਬਾਹਰ, ਕਿਉਂ ਨਹੀਂ ਦਰਸ਼ਨ ਕਰਵਾਉਂਦਾ, ਕੀ ਕਾਰਨ ਹੈ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਕੇ ਇਸਨੇ ਤਲਵਾਰ ਦੇ ਕਬਜ਼ੇ ਦੇ ਉੱਪਰ, ਤਲਵਾਰ ਦੀ ਮੁੱਠ ਦੇ ਉੱਪਰ ਜਿਸ ਵੇਲੇ ਹੱਥ ਪਾਇਆ ਤੇ ਤਲਵਾਰ ਨੂੰ ਖਿੱਚਿਆ ਮਿਆਨ ਦੇ ਵਿੱਚੋਂ ਬਾਹਰ। ਕਹਿਣ ਲੱਗੇ ਗੁਰਮੁਖੋ, ਲੱਕੜ ਦੀ ਜਿਹੜੀ ਤਲਵਾਰ ਹੈ ਨਾ, ਹੱਥ ਵਿੱਚ ਫੜੀ ਹੋਈ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਬਿਜਲੀ ਚਮਕਦੀ ਪਈ ਹੈ। ਹੋ ਸਕਦਾ ਬਿਜਲੀ ਦਾ ਵੀ ਇੰਨਾ ਚਮਕਾਰਾ ਨਾ ਹੋਵੇ, ਹੋ ਸਕਦਾ ਇੰਨੀ ਤਿੱਖੀ ਧਾਰ ਵਾਲੀ ਤਲਵਾਰ ਕਿਸੇ ਹੋਰ ਵਿਅਕਤੀ ਦੇ ਕੋਲ ਹੋਵੇ ਹੀ ਨਾ। ਇਹੋ ਜਿਹਾ ਸੁੰਦਰ ਲੋਹਾ, ਇਹੋ ਜਿਹੀ ਸੁੰਦਰ ਦੇਖ, ਇਹੋ ਜਿਹਾ ਸੋਹਣਾ ਸ਼ਾਸਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਐਸੀ ਰਾਖੀ ਕੀਤੀ ਹੈ, ਐਸੀ ਇੱਜ਼ਤ ਬਚਾਈ ਹੈ। ਨਕਲੀ ਤਲਵਾਰ ਨੂੰ ਉੱਥੇ ਅਸਲੀ ਕੀਤਾ। ਜਦੋਂ ਕੱਢ ਕੇ ਮਿਆਨ ਵਿੱਚੋਂ ਤਲਵਾਰ ਬਾਹਰ ਵਿਖਾਈ ਹੈ, ਰਾਜਾ ਵੇਖ ਕੇ ਅਸ਼ ਅਸ਼ ਕਰ ਉੱਠਿਆ, ਕਹਿਣ ਲੱਗਾ ਵਾਹ, ਮੈਂ ਭਰੀ ਸਭਾ ਦੇ ਵਿੱਚ ਸਾਰੇ ਸ਼ਸਤਰ ਵੇਖੇ ਨੇ, ਪਰ ਐਸਾ ਕਮਾਲ ਦਾ ਸ਼ਸਤਰ ਮੈਂ ਕਿਸੇ ਕੋਲ ਨਹੀਂ ਵੇਖਿਆ। ਨਾ ਕਿਸੇ ਦੀ ਤਲਵਾਰ ਦੀ ਇੰਨੀ ਸਫਾਈ ਹੈ, ਨਾ ਕਿਸੇ ਤਲਵਾਰ ਦੀ ਇੰਨੀ ਚਮਕ ਹੈ, ਨਾ ਕਿਸੇ ਤਲਵਾਰ ਦੀ ਇੰਨੀ ਧਾਰਾ ਹੈ।
ਤੇ ਨਾ ਹੀ ਕੋਈ ਇਹੋ ਜਿਹਾ ਮਹਿੰਗਾ ਸ਼ਸਤਰ ਹੈ, ਜੇ ਹੈ ਤੇ ਕੇਵਲ ਮੇਰੇ ਅੰਗ ਰੱਖਿਅਕ ਦੇ ਕੋਲ ਹੈ। ਮੈਨੂੰ ਇਹਦੇ ਤੇ ਯਕੀਨ ਸੀ ਵੀ ਇਹਦੇ ਵਰਗਾ ਕੋਈ ਨਹੀਂ ਹੈ, ਤਾਂ ਮੈਂ ਆਪਣੀ ਤੇ ਆਪਣੀ ਪਰਿਵਾਰ ਦੀ ਜ਼ਿੰਮੇਵਾਰੀ ਇਹਨੂੰ ਦਿੱਤੀ ਹੈ, ਤਾਂ ਮੈਂ ਆਪਣੀ ਫੌਜ ਦੀ ਸਾਰੀ ਕਮਾਂਡ ਇਹਦੇ ਹੱਥਾਂ ਵਿੱਚ ਦਿੱਤੀ ਹੈ, ਕਿਉਂਕਿ ਮੈਨੂੰ ਇਹਦੇ ਤੇ ਯਕੀਨ ਹੈ। ਇਹ ਗੁਰੂ ਕਾ ਸਿੱਖ ਹੈ, ਇਹ ਰਾਖੀ ਕਰੇਗਾ। ਗੁਰਮੁਖੋ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇਤਿਹਾਸ ਵਿੱਚ ਇਹ ਬਚਨ ਆਉਂਦਾ ਵੀ ਇਸ ਤਰ੍ਹਾਂ ਮਹਾਰਾਜ ਜੀਆਂ ਨੇ ਉਹ ਸਿੱਖ ਦੀ ਰਾਖੀ ਕੀਤੀ, ਇਸ ਵਾਸਤੇ ਕਿ ਸਿੱਖ ਨੇ ਮਹਾਰਾਜ ਨੂੰ ਯਾਦ ਕੀਤਾ। ਇੱਥੇ ਮਹਾਰਾਜ ਕਹਿੰਦੇ ਪਏ, ਕਹਿੰਦੇ ਜਾ ਕੋ ਭੈ ਗੋਬਿੰਦ ਸਹਾਈ। ਇਹ ਗੋਬਿੰਦ ਪਰਮਾਤਮਾ ਜੀ ਦੀ ਸਹਾਇਤਾ ਵਾਸਤੇ ਤੁਸੀਂ ਖੜੇ ਹੋ ਜਾਓ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਿਸ ਸਿੱਖ ਦੀ ਮਦਦ ਵਾਸਤੇ ਤੁਸੀਂ ਆਪ ਖੜੇ ਹੋ ਗਏ ਜਾ ਕੇ ਸਭਾ ਦੇ ਵਿੱਚ, ਕਚਹਿਰੀ ਦੇ ਵਿੱਚ, ਤੇ ਫਿਰ ਉਹਦੀ ਪਿੱਠ ਨਹੀਂ ਨਾ ਲੱਗ ਸਕਦੀ, ਉਹਨੂੰ ਕੋਈ ਨੀਵਾਂ ਨਹੀਂ ਕਰ ਸਕਦਾ, ਉਹਦੇ 'ਚ ਕੋਈ ਰੁਕਾਵਟ ਨਹੀਂ ਪਾ ਸਕਦਾ। ਐਸੀ ਬਖਸ਼ਿਸ਼ ਕਰਦੇ ਹੋ ਕਿ ਉਹਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਦੇ ਹੋ। ਸੁਖ ਸਹਿਜ ਆਨੰਦ ਸਗਲ ਸਿਓ। ਉਹਨਾਂ ਗੁਰਮੁਖਾਂ ਨੂੰ ਅਚੁੱਤ ਸੁਖ ਪ੍ਰਾਪਤ ਹੁੰਦਾ। ਗੁਰਮੁਖੋ, ਸਾਡੇ ਸੁਖ ਦੀ ਇੱਕ ਸੀਮਾ ਹੈ। ਇੱਕ ਮਹੀਨਾ ਸੁੱਖ ਹੈ, ਅਗਲੇ ਮਹੀਨੇ ਦੁੱਖ ਆ ਗਿਆ। 2-4 ਮਹੀਨੇ ਸੁੱਖ ਆਇਆ, ਅੱਗੋਂ ਕੋਈ ਨਾ ਕੋਈ ਨਵੀਂ ਬਿਪਤਾ ਖੜੀ ਹੋਈ ਹੈ। ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਨੂੰ ਅਚੁੱਤ ਸੁਖ ਮਿਲਦਾ, ਜਿਹੜਾ ਮੁੱਕੇ ਨਾ ਕਦੇ, ਜਿਹਦਾ ਅੰਤ ਨਾ ਕਦੇ ਹੋਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੁਖ ਸਹਿਜ ਅਚੁੱਤ ਸੁਖ ਮਿਲਿਆ, ਆਨੰਦ ਸਗਲ ਸਿਓ। ਹਮੇਸ਼ਾ ਆਨੰਦ ਬਣਿਆ ਰਹਿੰਦਾ, ਆਨੰਦ ਹੀ ਬਣਿਆ ਰਹਿੰਦਾ, ਹਮੇਸ਼ਾ ਖੇੜਾ ਬਣਿਆ ਰਹਿੰਦਾ ਹੈ। ਵਾਹ ਕੋ ਵਿਆਦ ਨ ਕਾਈ। ਉਹਨਾਂ ਗੁਰਮੁਖਾਂ ਨੂੰ ਵਿਆਦ ਕਹੀਏ ਪੀੜਾ, ਆਦਿ ਵਿਆਦੀ ਤੇ ਉਪਾਦੀ ਦੀ ਪੀੜਾ ਨਹੀਂ ਰਹਿੰਦੀ ਹੈ। ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ, ਸੁਖ ਰਾਸ ਤਾਕੋ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ। ਉਹਨਾਂ ਗੁਰਮੁਖਾਂ ਨੂੰ ਪੀੜਾ ਨਹੀਂ ਕੋਈ ਰਹਿ ਜਾਂਦੀ। ਭਾਵੇਂ ਮਨ ਦੇ ਰੋਗ ਨੇ, ਭਾਵੇਂ ਸਰੀਰ ਦੇ ਰੋਗ ਨੇ, ਤੇ ਭਾਵੇਂ ਦੁਨੀਆਦਾਰੀ ਦੀ ਕੋਈ ਤਕਲੀਫ ਹੈ, ਇਹ ਸਾਰੀਆਂ ਪੀੜਾ ਗੁਰੂ ਦੂਰ ਕਰ ਦਿੰਦਾ। ਵਾਕੋ ਵਿਆਦ ਨਾ ਕਾਈ। ਗੁਰੂ ਦੁਨੀਆ ਦੀ ਵਿਆਦ ਕਹੀਏ ਪੀੜਾ ਰਹਿ ਨਹੀਂ ਦਿੰਦਾ ਹੈ। ਰਾਉ ਦਿਸੇ ਸਭ ਸੰਗ ਰਹੇ ਅਲੇਪਾ। ਮਹਾਰਾਜ ਕਹਿਣ ਲੱਗੇ ਜਿਹੜੇ ਗੁਰਮੁਖ ਨੇ ਨਾ, ਵੇਖਣ ਨੂੰ ਲੱਗਦਾ ਵੀ ਉਹ ਸਰੀਰ ਕਰਕੇ ਸਾਰਿਆਂ ਵਿੱਚ ਮਿਲੇ ਹੋਏ। ਕੋਈ ਸੰਤ ਸਾਧੂ ਆ ਜਾਵੇ ਨਾ, ਗੁਰੂ ਕਾ ਸਿੱਖ ਬਾਣੀ ਪੜ੍ਹਨ ਵਾਲਾ, ਤੇ ਕਈ ਵਾਰੀ ਆਪਾਂ ਕੋਲ ਬੈਠ ਜਾਂਦੇ, ਕੋਲ ਖੜ ਜਾਂਦੇ, ਸਾਨੂੰ ਲੱਗਦਾ ਵੀ ਇਹ ਸਾਡੇ ਨਾਲ ਹੀ ਬੈਠਾ ਹੋਇਆ, ਸਾਡੇ ਨਾਲ ਹੀ ਗੱਲਾਂ ਕਰਦਾ ਪਿਆ। ਦੀਸੈ ਸਭ ਸੰਗ, ਵੇਖਣ ਨੂੰ ਲੱਗਦਾ ਵੀ ਰੱਬ ਦੇ ਪਿਆਰੇ ਸਾਰਿਆਂ ਦੇ ਨਾਲ ਮਿਲੇ ਹੋਏ ਨੇ, ਪਰ ਸਾਰਿਆਂ ਦੇ ਨਾਲ ਕੇਵਲ ਗੁਰਮੁਖੋ ਸਰੀਰ ਕਰਕੇ ਹੀ ਮਿਲੇ ਨੇ। ਜੇ ਆਪਾਂ ਇੱਥੇ ਬੈਠੇ ਹਾਂ, ਉਹ ਵੀ ਆਪਣੇ ਵਿੱਚ ਬੈਠੇ ਨੇ, ਉਹਨਾਂ ਦਾ ਸਰੀਰ ਸਾਡੇ ਨਾਲ ਮਿਲਿਆ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੀਸੈ ਸਭ ਸੰਗ, ਹੈ ਤੇ ਸਾਰਿਆਂ ਦੇ ਵਿੱਚ ਬੈਠੇ ਹੋਏ, ਪਰ ਰਹਿ ਅਲੇਪਾ, ਉਹਨਾਂ ਦਾ ਮਨ ਸਾਡੇ ਵਿੱਚ ਨਹੀਂ ਹੈ। ਸਾਡਾ ਮਨ, ਅਸੀਂ ਆਖਣਾ ਵੀ ਇਹ ਮਹਾਤਮਾ ਕੋਲੋਂ ਆਹ ਚੀਜ਼ ਮੰਗ ਲਈਏ, ਪੁੱਤਰ ਦੀ ਨੌਕਰੀ ਮੰਗ ਲਈਏ, ਪੋਤਰਾ ਮੰਗ ਲਈਏ, ਪੜੋਤਰਾ ਮੰਗ ਲਈਏ, ਇਹ ਮਹਾਤਮਾ ਬੈਠੇ ਨੇ ਇਹਨਾਂ ਕੋਲੋਂ ਇਹ ਅਰਦਾਸ ਕਰਵਾ ਲਈਏ, ਸਾਡੀ ਇਹ ਮੰਗ ਹੈ। ਇਹ ਮਹਾਤਮਾ, ਇਹ ਗੁਰਮੁਖ, ਇਹ ਸਿੱਖ ਹੁਣ ਕੋਲ ਬੈਠਾ, ਕੋਈ ਨਾ ਕੁਝ ਮੰਗ ਲਈਏ, ਸਾਡੀ ਇਹ ਤਮੰਨਾ ਹੈ। ਉਹ ਗੁਰਮੁਖ ਜਿਹੜੇ ਨੇ ਸਰੀਰ ਕਰਕੇ ਤੇ ਸਾਡੇ ਕੋਲ ਬੈਠੇ ਨੇ, ਪਰ ਮਨ ਕਰਕੇ ਨਹੀਂ। ਮਨ ਕਰਕੇ ਉਹ ਕਹਿੰਦੇ ਪਏ ਨੇ ਵਾਹਿਗੁਰੂ ਵਾਹਿਗੁਰੂ। ਮਨ ਉਹਨਾਂ ਦਾ ਨਿਰੰਕਾਰ ਵੱਲ ਹੈ, ਸਰੀਰ ਉਹਨਾਂ ਦਾ ਸਾਡੇ ਵਿੱਚ ਬੈਠਾ। ਇਹ ਹੈ ਉਹਨਾਂ ਦੀ ਨਿਸ਼ਾਨੀ। ਮਹਾਰਾਜ ਕਹਿਣ ਲੱਗੇ ਦੀਸੈ ਸਭ ਸੰਗ, ਵੇਖਣ ਨੂੰ ਲੱਗਦਾ ਹੈ ਸਭ ਨੂੰ ਦਿਸਦੇ ਪਏ ਮੇਰੇ ਕੋਲ ਬੈਠੇ ਨੇ, ਪਰ ਪਾਤਸ਼ਾਹ ਕਹਿਣ ਲੱਗੇ ਰਹਿ ਅਲੇਪਾ। ਅਸਲ ਵਿੱਚ ਮਨ ਕਰਕੇ ਉਹ ਸਾਰਿਆਂ ਵਿੱਚ ਨਹੀਂ ਭਿੱਜੇ, ਮਨ ਕਰਕੇ ਨਹੀਂ ਬੈਠੇ, ਮਨ ਕਰਕੇ ਸਿਮਰਨ ਕਰਦੇ ਪਏ ਹਨ। ਨਹ ਵਿਆਪੇ ਉਨ ਮਾਈ। ਇਹ ਜਿਹੜੀ ਮਾਇਆ ਹੈ ਨਾ ਗੁਰਮੁਖੋ, ਇਹ ਵੀ ਉਹਨਾਂ ਨੂੰ ਵਿਆਪਦੀ ਨਹੀਂ। ਜਿਵੇਂ ਸਾਡੇ ਤੇ ਮਾਇਆ ਜ਼ੋਰ ਪਾ ਲੈਂਦੀ ਹੈ ਨਾ, ਅਸੀਂ ਮਾਇਆ ਵਿੱਚ ਡੁੱਬ ਜਾਂਦੇ ਹਾਂ, ਮਾਇਆ ਵਿੱਚ ਗਲਤਾਨ ਹੋ ਜਾਂਦੇ ਹਾਂ, ਪਰ ਗੁਰਮੁਖਾਂ ਦੇ ਉੱਪਰ ਇਹ ਮਾਇਆ ਅਸਰ ਨਹੀਂ ਪਾਉਂਦੀ ਹੈ। ਜ਼ੋਰ ਤੇ ਬੜਾ ਲਾਉਂਦੀ ਹੈ, ਪਰ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕਹਿ ਉਹਨਾਂ ਭਗਤਾਂ ਨੇ ਪਰੇ ਕਰ ਦਿੱਤੀ ਹੈ ਮਾਇਆ। ਉਹਨਾਂ ਨੂੰ ਮਾਇਆ ਵਿਆਪਦੀ ਨਹੀਂ। ਕਿਹਨਾਂ ਨੂੰ? ਜਿਹੜੇ ਸਰੀਰ ਕਰਕੇ ਸਾਡੇ 'ਤੇ ਬੈਠੇ ਨੇ, ਮਨ ਕਰਕੇ ਵਾਹਿਗੁਰੂ ਕਹਿੰਦੇ ਪਏ,
ਉਹਨਾਂ ਨੂੰ ਕਦੇ ਮਾਇਆ ਵਿਆਪਦੀ ਨਹੀਂ। ਉਹ ਗੁਰਮੁਖ ਮਾਇਆ ਤੋਂ ਹਰ ਵੇਲੇ ਨਿਰਲੇਪ ਰਹਿੰਦੇ। ਐਸੀਆਂ ਦਾਤਾਂ ਮਹਾਰਾਜ ਬਖਸ਼ਿਸ਼ ਕਰਦੇ ਕਿ ਉਹ ਗੁਰਮੁਖ ਇਹਨਾਂ ਵਸਤੂਆਂ ਤੋਂ ਪਰੇ ਹਨ। ਇੱਕ ਰੰਗ ਤਤ ਕੇ ਬੇਤੇ। ਉਹ ਜਿਹੜੇ ਗੁਰਮੁਖ ਨੇ ਇੱਕੋ ਰੰਗ ਪਰਮਾਤਮਾ ਦਾ, ਨਾਮ ਦੇ ਰੰਗ ਵਿੱਚ ਉਹ ਜੁੜੇ ਹੋਏ, ਉਹਨਾਂ ਨੂੰ ਨਾਮ ਦਾ ਰੰਗ ਚੜਿਆ ਹੋਇਆ। ਇੱਕ ਹੈ ਰੰਗ, ਇੱਕ ਦੇ ਰੰਗ ਦੇ ਵਿੱਚ, ਰੰਗ ਕਹੀਏ ਪ੍ਰੇਮ, ਇੱਕ ਦੇ ਪ੍ਰੇਮ ਦੇ ਵਿੱਚ ਨੇ। ਤਤ ਕੇ ਬੇਤੇ, ਤਤ ਕਹੀਏ ਸਿਧਾਂਤ ਦੇ ਜਾਣਨ ਵਾਲੇ, ਸਿਧਾਂਤ ਨੂੰ ਇਕੱਠਾ ਕਰਨ ਵਾਲੇ ਹਨ। ਸਤਿਗੁਰ ਤੇ ਬੁੱਧ ਪਾਈ। ਇਹ ਜਿਹੜੀ ਬੁੱਧੀ ਹੈ ਨਾ, ਅਕਲ, ਇਹ ਗੁਰੂ ਕੋਲੋਂ ਮਿਲੀ ਹੈ ਕਿ ਇੱਕ ਦੇ ਨਾਲ ਪ੍ਰੇਮ ਕਰਨਾ ਉਹ ਹੈ ਪਰਮਾਤਮਾ, ਇੱਕ ਦਾ ਸਿਧਾਂਤ ਗ੍ਰਹਿਣ ਕਰਨਾ ਉਹ ਹੈ ਪਰਮਾਤਮਾ। ਇਹ ਬੁੱਧੀ ਉਹਨਾਂ ਨੇ ਗੁਰੂ ਕੋਲੋਂ ਪਾਈ ਹੈ, ਇਹ ਅਕਲ ਉਹਨਾਂ ਨੂੰ ਗੁਰੂ ਕੋਲੋਂ ਮਿਲੀ ਹੈ। ਤਾਂ ਉਹ ਜਿਹੜੇ ਗੁਰਮੁਖ ਨੇ ਸਦਾ ਨਿਰਲੇਪ ਰਹਿੰਦਿਆਂ ਹੋਇਆਂ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ। ਦਇਆ ਮਇਆ ਕਿਰਪਾ ਠਾਕੁਰ ਕੀ, ਸੇਈ ਸੰਤ ਸੁਭਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਹਨਾਂ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੈ। ਮਨ ਕਰਕੇ ਵੀ ਉਹਨਾਂ ਉੱਪਰ ਕਿਰਪਾ ਹੈ, ਬਾਣੀ ਕਰਕੇ ਵੀ ਉਹਨਾਂ 'ਤੇ ਕਿਰਪਾ ਹੈ, ਸਰੀਰ ਕਰਕੇ ਵੀ ਉਹਨਾਂ 'ਤੇ ਕਿਰਪਾ ਹੈ। ਕਿਹਨਾਂ ਦੇ ਉੱਪਰ? ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਾ ਹੈ। ਕਿਹਨਾਂ ਦੇ ਉੱਪਰ ਕਿਰਪਾ? ਜਿਨ੍ਹਾਂ ਦੀ ਰਾਖੀ ਵਾਸਤੇ ਪਰਮਾਤਮਾ ਖੜਾ ਹੋ ਗਿਆ ਹੈ। ਉਹਨਾਂ ਦੇ ਮਨ ਨੂੰ ਵੀ ਰੰਗ ਹੈ, ਉਹਨਾਂ ਦੇ ਤਨ ਨੂੰ ਵੀ ਰੰਗ, ਉਹਨਾਂ ਦੇ ਸਰੀਰ ਨੂੰ ਵੀ ਰੰਗ। ਰੰਗ ਕਹੀਏ ਪ੍ਰੇਮ, ਪ੍ਰੇਮ ਲੱਗਿਆ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤਿਨ ਕੈ ਦਇਆ ਮਇਆ ਕਿਰਪਾ ਠਾਕੁਰ ਕੀ, ਸੇਈ ਸੰਤ ਸੁਭਾਈ। ਉਹ ਜਿਹੜੇ ਸੰਤ ਨੇ ਉਹ ਭਾਈ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਰੰਗ ਲੱਗਾ, ਜਾਂ ਉਹ ਵਿਅਕਤੀ ਭਾਗਾਂ ਵਾਲੇ ਨੇ ਜਿਹੜੇ ਐਸੇ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਬੈਠਦੇ। ਕਈ ਵਾਰੀ ਆਪਾਂ ਕਿਸੇ ਮਹਾਤਮਾ ਕੋਲ ਬੈਠ ਜਾਂਦੇ ਨਾ, ਗੁਰਮੁਖ ਦੇ ਕੋਲ, ਅਸੀਂ ਗੱਲਾਂ ਬਾਤਾਂ ਕਰਦੇ, ਮਹਾਤਮਾ ਚੁੱਪ ਕਰਕੇ ਬੈਠੇ ਹੋਏ। ਜਦੋਂ ਅਸੀਂ ਗੱਲਬਾਤ ਕਰਕੇ ਹਟ ਜਾਂਦੇ, ਉਹ ਦੁਬਾਰਾ ਪੁੱਛਦੇ, ਕਹਿਣ ਲੱਗੇ ਪਤਾ ਨਹੀਂ ਲੱਗਾ ਤੂੰ ਕੀ ਆਖਿਆ, ਦੁਬਾਰਾ ਕਹਿ। ਅਸਲ ਵਿੱਚ ਕਾਰਨ ਇਹ ਹੈ ਵੀ ਉਹਨਾਂ ਦਾ ਧਿਆਨ ਪਰਮਾਤਮਾ ਵੱਲ ਜੁੜਿਆ ਹੋਇਆ। ਉਹ ਅੰਦਰੋਂ ਅੰਦਰ ਹੀ ਵਾਹਿਗੁਰੂ 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 ਕਰਦੇ ਪਏ। ਸਰੀਰ ਸਾਡੇ ਵਿੱਚ ਬੈਠਾ, ਅਸੀਂ ਆਪਣੇ ਦੁੱਖ ਦੱਸਦੇ ਪਏ, ਪਰ ਬਾਅਦ ਵਿੱਚ ਜਦੋਂ ਧਿਆਨ ਸਾਡੇ ਵੱਲ ਲੈ ਕੇ ਆਉਂਦੇ, ਫਿਰ ਸੋਚਦੇ ਵੀ ਇਹਦੀ ਗੱਲ ਤੇ ਸੁਣੀ ਨਹੀਂ, ਵੀ ਇਹ ਕੀ ਕਹਿੰਦਾ ਹੈ। ਫਿਰ ਦੁਬਾਰਾ ਪੁੱਛ ਲੈਂਦੇ। ਕਹਿਣ ਲੱਗੇ ਐਸੇ ਨੇ ਗੁਰਮੁਖ ਜਿਹੜੇ ਨਾਮ ਜਪਦੇ ਰਹਿੰਦੇ ਹਰ ਵੇਲੇ, ਸੰਸਾਰ ਵੱਲ ਨਹੀਂ, ਨਿਰੰਕਾਰ ਵੱਲ ਉਹਨਾਂ ਦੀ ਬਿਰਤੀ ਰਹਿੰਦੀ ਹੈ। ਤਿਨ ਕੈ ਸੰਗ ਨਾਨਕ ਨਿਸਤਰੀਆ, ਜਿਨ ਰਸ ਰਸ ਹਰ ਗੁਣ ਗਾਈ। ਗੁਰੂ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੇ ਰਸ ਕਹੀਏ ਪ੍ਰੇਮ ਦੇ ਨਾਲ, ਜਿਨ ਰਸ, ਰਸ ਨਾਮ ਪ੍ਰੇਮ ਦਾ, ਜਿਨ੍ਹਾਂ ਨੇ ਪ੍ਰੇਮ ਦੇ ਨਾਲ ਰਸ ਹਰ ਗੁਣ ਗਾਈ, ਪਰਮਾਤਮਾ ਦੇ ਗੁਣਾਂ ਨੂੰ ਗਾਇਆ। ਰਸ ਕਹੀਏ ਰਸਨਾ ਦੇ ਨਾਲ, ਰਸ ਕਹੀਏ ਪ੍ਰੇਮ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਪ੍ਰੇਮ ਕਰਕੇ ਜਿਨ੍ਹਾਂ ਨੇ ਨਾਮ ਜਪਿਆ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਨਾਮ ਜਪਣ ਵਾਲੇ ਜਿਹੜੇ ਪ੍ਰੇਮ ਕਰਦੇ ਔਰ ਫਿਰ ਜਪਦੇ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬੱਧਾ ਚੱਟੀ ਨਾ ਪਰੈ, ਨਾ ਗੁਣ ਨਾ ਉਪਕਾਰ। ਨਿਤਨੇਮ ਕਰਨਾ ਪਏਗਾ, ਬਾਣੀ ਪੜ੍ਹਨੀ ਪਏਗੀ, ਹੁਣ ਗੁਰੂ ਘਰੇ ਜਾਣਾ ਪਏਗਾ। ਇਹ ਜਿਹੜਾ ਪਏਗਾ ਨਾ, ਵੀ ਅੰਦਰੋਂ ਨਹੀਂ ਜੀ ਕਰਦਾ, ਪਰ ਉੱਪਰੋਂ ਹੁਣ ਕਰਨਾ ਪਏਗਾ, ਵੀ ਇਹ ਬੰਦਿਸ਼ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਹੀਂ, ਜਿਹੜੇ ਗੁਰਮੁਖ ਨੇ ਉਹਨਾਂ ਦੇ ਮਨ ਵਿੱਚ ਵੀ ਪ੍ਰੇਮ ਹੈ, ਅਤੇ ਉਹ ਰਸਨਾ ਦੇ ਨਾਲ ਫਿਰ ਪ੍ਰੇਮ ਨਾਲ ਬਾਣੀ ਪੜ੍ਹਦੇ ਹੋ। ਜਿਨ ਰਸ ਰਸ ਹਰ ਗੁਣ ਗਾਈ, ਜਿਨ੍ਹਾਂ ਨੇ ਰਸ ਪ੍ਰੇਮ ਦੇ ਵਿੱਚ ਭਿੱਜ ਕੇ ਹਰੀ ਪਰਮਾਤਮਾ ਦੇ ਗੁਣ ਗਾਏ ਨੇ। ਤਿਨ ਕੈ ਸੰਗ ਨਾਨਕ ਨਿਸਤਰੀਐ, ਐਸਿਆਂ ਦੀ ਸੰਗਤ ਕਰਕੇ ਸੰਸਾਰ ਤੋਂ ਤਰ ਜਾਈਦਾ। ਨਹੀਂ ਤੇ ਸੰਸਾਰ ਵਿੱਚ ਹੈਨ ਬਹੁਤੇ, ਪਰ ਉਹਨਾਂ ਬਹੁਤਿਆਂ ਦੀ ਗੱਲ ਨਹੀਂ, ਗੱਲ ਉਹਨਾਂ ਦੀ ਹੈ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਜ਼ੁਬਾਨ ਨਾਲ ਨਾਮ ਜਪਿਆ। ਪ੍ਰੇਮ ਕਰਕੇ ਜ਼ੁਬਾਨ ਨਾਲ ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਦੀ ਸੰਗਤ ਵਿੱਚ ਜਾਏਗਾ ਤੇ ਤੈਨੂੰ ਉਹਦੀ ਪ੍ਰਾਪਤੀ ਹੋ ਜਾਏਗੀ। ਤਿਨ ਕੈ ਸੰਗ ਨਾਨਕ ਨਿਸਤਰੀਐ, ਜਿਨ ਰਸ ਰਸ ਹਰ ਗੁਣ ਗਾਈ, ਜਿਨੇ ਐਸੇ ਗੁਣ ਕਥਨ ਕੀਤੇ, ਐਸੇ ਗੁਣ ਗਾਏ। ਗੁਰੂ ਕਿਰਪਾ ਕਰੇ, ਉਪਦੇਸ਼ ਹਿਰਦੇ ਵਸੇ, ਸਾਡਾ ਭਲਾ ਹੋ।
ਦਿਓ ਸਜਣਾ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲੋ। ਦਇਆ ਮਇਆ ਕਿਰਪਾ ਠਾਕਰ ਕੀ ਸਹੀ ਸੰਤ ਸੁਭਾਈ, ਤਿਨ ਕੈ ਸੰਗ ਨਾਨਕ ਨਿਸਤਰੀਐ, ਜਿਨ ਰਸ ਰਸ ਹਰ ਗੁਣ ਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।